ਹੈਲੋ एवरीवन ਵੈਲਕਮ ਟੂ ਅਭੀਪੀਡੀਆ। मैं हाँ ਗਗਨਦੀਪ शर्मा ਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਕਿ ਕਿਸੇ ਵੀ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਨੂੰ ਆਪਾਂ ਈਜ਼ੀਲੀ ਕਿਵੇਂ ਕਰੈਕ ਕਰ ਸਕਦੇ ਹਾਂ। ਤੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਹੋਰ ਚੀਜ਼ ਸਾਂਝੀ ਕਰਨੀ ਚਾਹਾਂਗਾ ਕਿ ਅਭੀਪੀਡੀਆ ਤੁਹਾਡੇ ਲਈ ਲੈ ਕੇ ਆਇਆ ਹੈ ਪੰਜਾਬ ਗਵਰਨਮੈਂਟ ਦੇ ਐਗਜ਼ਾਮਸ ਦੇ ਲਈ ਇੱਕ ਇੰਟੀਗ੍ਰੇਟਿਡ ਕੋਰਸ, ਜਿਸ ਦੇ ਵਿੱਚ ਕਿ ਤੁਹਾਨੂੰ ਨਾਇਬ ਤਹਿਸੀਲਦਾਰ, ਫੂਡ ਇੰਸਪੈਕਟਰ, ਕੋਆਪਰੇਟਿਵ ਇੰਸਪੈਕਟਰ, ਪੰਜਾਬ ਪਟਵਾਰੀ, ਪੁਲਿਸ ਕਾਂਸਟੇਬਲ, ਪੁਲਿਸ SI, ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦੇ ਨਾਲ ਹੋਰ ਵੀ ਕੁਝ ਅਜਿਹੇ ਐਗਜ਼ਾਮ ਜੋ ਕਿ ਪੰਜਾਬ ਅਲਾਈਡ ਦੇ ਐਗਜ਼ਾਮਸ ਦੇ ਵਿੱਚ ਆਉਂਦੇ ਆ ਤੇ ਉਹ B ਜਾਂ C ਗਰੁੱਪ ਦੇ ਵਿੱਚ ਗਿਣੇ ਜਾਂਦੇ ਆ। ਤੇ ਇਸ ਦੇ ਵਿੱਚ ਤੁਹਾਨੂੰ ਸਾਰਾ ਕੁਝ ਜਿਹੜਾ ਹੈ ਉਹ ਕਵਰ ਕਰਵਾਇਆ ਜਾਏਗਾ, ਚਾਹੇ ਉਹ GS ਹੋਵੇ, ਚਾਹੇ ਬੇਸਿਕ GK ਹੋਵੇ ਜਾਂ ਪੰਜਾਬ GK ਹੋਵੇ, ਕੁਆਂਟ ਹੋਵੇ, ਰੀਜ਼ਨਿੰਗ ਹੋਵੇ, ਪੰਜਾਬੀ ਗ੍ਰਾਮਰ, ਇੰਗਲਿਸ਼ ਗ੍ਰਾਮਰ, ਕਰੰਟ ਅਫੇਅਰਸ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਕਵਰ ਕਰਵਾਈਆਂ ਜਾਣਗੀਆਂ ਇਸ ਕੋਰਸ ਦੇ ਵਿੱਚ। ਤੇ ਮੌਕ ਟੈਸਟ ਤੇ ਰਿਵੀਜ਼ਨ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਏਗਾ। ਤੇ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਇਸ ਕੋਰਸ ਦੀ ਜਿਹੜੀ ਫੀਸ ਹੈ ਉਹ 25,000 ਤੋਂ ਘਟਾ ਕੇ ਸਿਰਫ ਤੇ ਸਿਰਫ 17,500 ਕਰ ਦਿੱਤੀ ਗਈ ਹੈ, ਜਿਸ ਦੇ ਨਾਲ ਤੁਹਾਨੂੰ 30% ਤੱਕ ਦਾ ਜਿਹੜਾ ਡਿਸਕਾਊਂਟ ਹੈ ਉਹ ਦਿੱਤਾ ਜਾਏਗਾ। ਸੋ ਜਲਦੀ ਤੋਂ ਜਲਦੀ ਇਸ ਆਫਰ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰੋ ਤੇ ਅਭੀਪੀਡੀਆ ਨਾਲ ਜੁੜ ਕੇ ਆਪਣੀ ਸਰਕਾਰੀ ਜੌਬ ਪਾਉਣ ਦਾ ਸੁਪਨਾ ਜਿਹੜਾ ਉਹ ਸਾਕਾਰ ਕਰੋ। ਥੈਂਕ ਯੂ। ਹੁਣ ਵਧਦੇ ਹਾਂ ਇਸ ਵੀਡੀਓ ਦੇ ਨਾਲ ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਪਹਿਲੇ ਅਟੈਂਪਟ ਦੇ ਵਿੱਚ ਹੀ ਪੰਜਾਬ ਗਵਰਨਮੈਂਟ ਦਾ ਕੋਈ ਵੀ ਐਗਜ਼ਾਮ ਆਪਾਂ ਕਿਵੇਂ ਕਰੈਕ ਕਰ ਸਕਦੇ ਹਾਂ। ਅੱਛਾ, ਜਦੋਂ ਵੀ ਆਪਾਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨੀ ਸ਼ੁਰੂ ਕਰਦੇ ਹਾਂ ਤਾਂ ਆਪਣੇ ਕੋਲੇ ਸਲਾਹਕਾਰਾਂ ਦੀ ਕੋਈ ਕਮੀ ਨਹੀਂ ਹੁੰਦੀ, ਹੈ ਨਾ। ਮਾਰਕੀਟ ਦੇ ਵਿੱਚ ਕਿਤਾਬਾਂ ਦੀ ਕੋਈ ਕਮੀ ਨਹੀਂ ਹੁੰਦੀ, ਪਰ ਕੀ ਉਹ ਸਲਾਹ ਸਾਡੇ ਲਈ ਸਹੀ ਹੈ ਜਾਂ ਕੀ ਉਹ ਕਿਤਾਬਾਂ ਜੋ ਅਸੀਂ ਪੜ੍ਹਦੇ ਹਾਂ ਜਾਂ ਮਾਰਕੀਟ 'ਚੋਂ ਖਰੀਦਦੇ ਹਾਂ ਕੀ ਉਹ ਸਾਡੇ ਲਈ ਸਹੀ ਨੇ ਜਾਂ ਸਾਡਾ ਐਗਜ਼ਾਮ ਨੂੰ ਕਢਾਉਣ ਦੇ ਵਿੱਚ ਕੀ ਉਹ ਸਹਾਈ ਹੋਣਗੀਆਂ। ਇਹਨਾਂ ਹੀ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਆਓ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਸਭ ਤੋਂ ਪਹਿਲਾਂ ਕਿਸੇ ਵੀ ਐਗਜ਼ਾਮ ਨੂੰ ਜਾਣਨ ਦੇ ਲਈ ਜਾਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਸਿਲੇਬਸ ਬਾਰੇ ਪਤਾ ਹੋਣਾ ਸਾਨੂੰ ਬਹੁਤ ਜ਼ਰੂਰੀ ਹੈ। ਹੁਣ ਬਹੁਤ ਬੱਚੇ ਸੋਚਦੇ ਹੋਣਗੇ ਕਿ ਇਹ ਬਹੁਤ ਬੇਸਿਕ ਗੱਲ ਹੈ, ਪਰ 70% ਤੋਂ ਜ਼ਿਆਦਾ ਜਿਹੜੇ ਬੱਚੇ ਹੈ ਉਹਨਾਂ ਨੂੰ ਸਿਲੇਬਸ ਦਾ ਹੀ ਨਹੀਂ ਪਤਾ ਹੁੰਦਾ। ਉਹਨਾਂ ਨੇ ਕਿਉਂਕਿ ਕਦੇ ਨੋਟੀਫਿਕੇਸ਼ਨ ਨਹੀਂ ਦੇਖੀ, ਉਹਨਾਂ ਨੇ ਸਿਰਫ ਕੈਫੇ 'ਤੇ ਗਏ, ਉਹਨਾਂ ਨੇ ਉੱਥੇ ਪੁੱਛਿਆ ਕਿ ਕਿਹੜੀ ਕਿਹੜੀ ਵੈਕੈਂਸੀਜ਼ ਨੇ ਜਾਂ ਇਹ ਵੈਕੈਂਸੀਜ਼ ਆਈਆਂ ਨੇ, ਮੈਂ ਇਹ ਫਾਰਮ ਫਿਲ ਕਰਨਾ, ਫਾਰਮ ਫਿਲ ਕੀਤਾ, ਦੈਟਸ ਇਟ। ਨਾ ਕੋਈ ਸਿਲੇਬਸ ਨੂੰ ਦੇਖਿਆ, ਨਾ ਕੋਈ ਪੁਰਾਣੇ ਪੇਪਰਾਂ ਨੂੰ ਦੇਖਿਆ, ਕੁਝ ਵੀ ਨਹੀਂ। ਤਾਂ 70% ਤੋਂ ਜ਼ਿਆਦਾ ਬੱਚਿਆਂ ਨੂੰ ਸਿਲੇਬਸ ਦਾ ਹੀ ਨਹੀਂ ਪਤਾ ਹੁੰਦਾ। ਪਰ ਸਿਲੇਬਸ ਪਤਾ ਹੋਣਾ ਕਿਉਂ ਜ਼ਰੂਰੀ ਹੈ? ਕਿਉਂਕਿ ਸਿਲੇਬਸ ਦੇ ਨਾਲ ਹੀ ਸਾਨੂੰ ਪਤਾ ਚੱਲਦਾ ਵਾਟ ਟੂ ਰੀਡ ਐਂਡ ਵਾਟ ਨਾਟ ਟੂ ਰੀਡ। ਦੇਖੋ, ਜਿੰਨਾ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਅਸੀਂ ਕੀ ਪੜ੍ਹਨਾ ਹੈ, ਓਨਾ ਹੀ ਜ਼ਰੂਰੀ ਸਾਡੇ ਲਈ ਇਹ ਵੀ ਹੈ ਕਿ ਅਸੀਂ ਕੀ ਨਹੀਂ ਪੜ੍ਹਨਾ। ਕਿਉਂ? ਕਿਉਂਕਿ ਟਾਈਮ ਜਿਹੜਾ ਸਾਡੇ ਕੋਲ ਲਿਮਿਟਿਡ ਹੁੰਦਾ ਹੈ ਨਾ। ਤੇ ਲਿਮਿਟਿਡ ਟਾਈਮ ਦੇ ਵਿੱਚ ਜੇ ਆਪਾਂ ਅੰਨ੍ਹੇਵਾਹ ਕੁਝ ਵੀ ਪੜ੍ਹਦੇ ਰਹਾਂਗੇ ਜਾਂ ਮੈਂ ਤੁਹਾਨੂੰ ਅਗਰ ਕੋਈ ਬੁੱਕ ਸੁਜੈਸਟ ਕਰ ਦੇਵਾਂ ਪਰ ਉਹਦੇ ਵਿੱਚੋਂ ਪੜ੍ਹਨੇ ਸਿਲੈਕਟਿਵ ਹੈ ਆਪਾਂ, ਹੈ ਨਾ, ਪਰ ਤੁਸੀਂ ਸਾਰੀ ਬੁੱਕ ਨੂੰ ਪੜ੍ਹਨ ਦੇ ਵਿੱਚ ਲੱਗੇ ਹੋਏ ਹੋ ਤਾਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ। ਕਿਉਂ? ਕਿਉਂਕਿ ਜਿੱਥੇ ਆਪਾਂ ਕੁਝ ਸਿਲੈਕਟਿਵ ਟੌਪਿਕਸ ਵਾਰ-ਵਾਰ ਪੜ੍ਹ ਲੈਣੇ ਸੀਗੇ, ਉੱਥੇ ਤੁਸੀਂ ਇੱਕ ਵਾਰ ਸਿਰਫ ਉਹ ਸਾਰੀ ਬੁੱਕ ਹੀ ਕਵਰ ਅਪ ਕਰ ਰਹੇ ਹੋ, ਹੈ ਨਾ। ਤੇ ਆਪਣਾ ਟਾਈਮ ਵੀ ਵੇਸਟ ਹੋ ਰਿਹਾ ਤੇ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਵੀ ਘੱਟ ਹੋ ਰਹੀ ਹੈ। ਤਾਂ ਕਰਕੇ ਇਹਦੇ ਨਾਲ ਕੀ ਪੜ੍ਹਨਾ, ਇਹਦੇ ਨਾਲ ਕੀ ਨਹੀਂ ਪੜ੍ਹਨਾ, ਇਹ ਵੀ ਓਨਾ ਹੀ ਜ਼ਰੂਰੀ ਹੈ ਸਾਡੇ ਲਈ। ਅੱਛਾ, ਸੈਕੰਡ ਸਟੈਪ ਬਹੁਤ ਜ਼ਰੂਰੀ ਹੈ ਜੋ ਕਿ 95% ਬੱਚੇ ਆ ਜਿਹੜੇ ਉਹ ਮਿਸ ਕਰਦੇ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਪ੍ਰੀਵੀਅਸ ਈਅਰ ਕੁਐਸਚਨਸ। ਜਦੋਂ ਵੀ ਆਪਾਂ ਕਿਸੇ ਐਗਜ਼ਾਮ ਦੀ ਪਰਟੀਕੂਲਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਨੀ ਸਟਾਰਟ ਕਰਦੇ ਹਾਂ, ਉਸ ਦੇ ਪੁਰਾਣੇ ਪੇਪਰਸ ਚੱਕ ਕੇ ਇੱਕ ਵਾਰੀ ਦੇਖੋ, ਠੀਕ ਹੈ। ਉਹਦਾ ਕਿਵੇਂ ਐਨਾਲਿਸਿਸ ਕਰਨਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਅੱਗੇ ਦੇਖਾਂਗੇ। ਹੁਣ ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਕੁਐਸਚਨਸ ਜਿਹੜੇ ਉਹ ਕਿੱਥੇ ਕੰਮ ਆਉਂਦੇ ਆ? ਸਿਲੇਬਸ ਦੀ ਡੈਪਥ ਦੱਸਦੇ ਆ। ਹੁਣ ਸਿਲੇਬਸ ਆਪਾਂ ਨੂੰ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨਡ ਹੈ, ਬਟ ਉਸ ਸਿਲੇਬਸ ਨੂੰ ਆਪਾਂ ਕਿੰਨੀ ਡੈਪਥ ਦੇ ਵਿੱਚ ਪੜ੍ਹਨਾ ਹੈ, ਕਿਹੜੀ ਬੁੱਕ ਅਸੀਂ ਪੜ੍ਹਨੀ ਹੈ। ਪੋਲਿਟੀ ਲਈ ਲక్ష్ਮੀਕਾਂਤ ਕੰਮ ਆਏਗੀ ਜਾਂ ਕੋਈ ਵੀ ਬੇਸਿਕ GK ਦੀ ਬੁੱਕ ਆਪਾਂ ਪੜ੍ਹ ਸਕਦੇ ਹਾਂ। ਉਹ ਕਿੱਥੋਂ ਪਤਾ ਚੱਲੇਗਾ? ਪ੍ਰੀਵੀਅਸ ਈਅਰ ਕੁਐਸਚਨਸ ਤੋਂ। ਕਿਉਂ? ਕਿਉਂਕਿ ਕੁਐਸਚਨਸ ਦੀ ਡੈਪਥ ਹੈ ਜਿਹੜੀ ਉਹ ਸਾਨੂੰ ਦੱਸੇਗੀ। ਜਿਵੇਂ ਕੁਐਸਚਨ ਆਇਆ ਪੋਲਿਟੀ ਦਾ ਫॉर एग्जांपल ਕਿ ਫਰਸਟ ਲਾਅ
ऑफिसर ऑफ इंडिया कौन है? अटॉर्नी जनरल ऑफ इंडिया। बट हुण क्वेश्चन की आया कि जजिस नूं अपॉइंट कौन करता है या जजिस नूं अपॉइंट करन दा तरीका की है। हुण जे तुहानूं उहदे विच तरीका पुछ लैण या प्रेजिडेंट दा इलैक्टोरल कॉलेज पूछा जाए तो वो थोड़ा इनडैप्थ क्वेश्चन है एज कंपेयर टू फर्स्ट लॉ ऑफिसर, है ना। तो उत्थे जिहड़ी है अपनी बुक लिस्ट डिसाइड होंदी है, बुक लिस्ट। क्यों? क्योंकि सानू डैप्थ का पता चल गया कि भाई किन्नी डैप्थ दे विच या किन्नी डूंघाई दे विच जिहड़े क्वेश्चन है वो पूछ रहा कमीशन, ठीक है। उस तो बाद ट्रेंड हुण ट्रेंड की चीज़ है? हर पेपर दे विच एक ट्रेंड हुंदा है, या आपां पुराने 5 सालों के पेपर उठा के आपां उन्हां नूं चक के एक बारी देख सकते हैं कि पेपर का ट्रेंड की कहता है कि हिस्टरी के क्वेश्चन ज़्यादा आ रहे हैं, करंट अफेयर्स ज़्यादा पूछ रहे हैं, है ना, पॉलिटी ज़्यादा पूछ रहे हैं, जियो ज़्यादा पूछ रहे हैं, या फिर इकोनॉमी ज़्यादा पूछ रहे हैं, कुछ भी एनीथिंग, है ना। कि उस अकॉर्डिंग फिर असी जिहड़ा अपना टाइम है वो उन्होंने डिवोट करांगे। सानू पता है अगर कि इकोनॉमी के 2 क्वेश्चन आ रहे हैं तो हिस्टरी के हर पेपर के 10-10 क्वेश्चन आ रहे हैं, तो आप हिस्टरी में ऑबवियसली ज़्यादा टाइम देवांगे एज कंपेयर टू इकोनॉमिक्स, है ना। ये मैं वैसे फॉर एग्जाम्पल गल कर रहा, इदां दा नहीं है, हर पेपर का ट्रेंड है जिहड़ा वक्खो वक्खरा, ठीक है। उस तो बाद पेपर के पैटर्न देखना सी। पेपर का पैटर्न की चीज़ दसेगा? पैटर्न मतलब कि पेपर है जिहड़ा वो स्टेटमेंट बेस्ड आउंदा है या वन लाइनर आउंदा है। स्टेटमेंट बेस्ड उदां ही सारिਆਂ ਨੂੰ पता होएगा, एक स्टेटमेंट दी है, दूजी स्टेटमेंट दी है, तीजी, तो ऑप्शनस की ने 1 and 2 ओनली, 2 and 3 ओनली एंड सो ऑन, है ना। इदां दे ये जिहड़े क्वेश्चन हुंदे आ ये स्टेटमेंट बेस्ड हुंदे आ, ते ज़्यादातर इदां दे विच काफ़ी जी डिटेल्ड इनफॉर्मेशन पूछी होंगी है, कई बार फैक्ट्स दिते होंगे, कई बार कंसैप्चुअल भी होंगे। वन लाइनर दे सीधा पूछ लैणगे, है ना, फर्स्ट लॉ ऑफिसर ऑफ इंडिया कौन है, ये चीज़। फिर मैच द फॉलोइंग वाले आउंदे आ। ये चीज़ के नाल आपां नूं की पता चलेगा कि सानू किदां दे क्वेश्चनस की प्रैक्टिस करनी चाहिए है, ठीक है। हुण देखो अगर तुसी तैयारी कर रहे हो यूपीएससी के एग्जाम की, पर तुसी मॉक्स लगा रहे हो एसएससी के पॉइंट ऑफ व्यू के नाल, तो वो कोई भी कम नहीं आएगा उत्थे। तां ही ये चीज़ जिहड़ी आपां एनालिसिस करनी ज़रूरी है। पेपर का पैटर्न देखना है, तो पैटर्न के नाल ही आपां नूं फिर जिहड़ी टेस्ट सीरीज़ है या जिहड़े मॉक टेस्ट ने या जिहड़े प्रैक्टिस क्वेश्चनस ने वो आपां उस दे अकॉर्डिंग ही सिलेक्ट करने हैं। नैक्सट चीज़ पेपर का नेचर किदां दा। नेचर मतलब कंसैप्चुअल, कंसैप्ट बेस्ड क्वेश्चंस पूछते हैं ज़्यादा या फैक्ट बेस्ड। कंसैप्ट बेस्ड मतलब इकोनॉमिक्स का क्वेश्चन कोई पूछ लैणगे कि इन्फ्लेशन का जिहड़ा फायदा है वो किसनूं हुंदा है, बॉन्ड होल्डर्स नूं या क्रेडिटर्स नूं या डेटर्स नूं या एनीथिंग एल्स कुछ भी है ना। तो वो जिहड़ा थोड़ा कंसैप्चुअल क्वेश्चन है, चाहे ये वन लाइनर क्वेश्चन है बट स्टिल इट इज़ अ कंसैप्चुअल क्वेश्चन। अगर तुहानूं इन्फ्लेशन का टॉपिक है जिहड़ा वो क्लीयर है तां ही तुसीं ये क्वेश्चन जिहड़ा ईजीली कर सकते हो, अदरवाइज नहीं। फैक्ट बेस्ड क्वेश्चन किहड़े हो गए, पूछ लैणगे अकबर दी माँ का नाम की है या कुछ भी, है ना, कि बाबर ने पहली पानीपत की लड़ाई दे विच किहनूं हराया, इदां दे जिहड़े फैक्ट बेस्ड क्वेश्चनस ने, तो ये चीज़ आपां देखनी है। उस तो बाद जिहड़ी मोस्ट इंपॉर्टेंट चीज़ है, मोस्ट इंपॉर्टेंट चीज़ की है, मोस्ट रिपीटेड थीम्स। मोस्ट रिपीटेड थीम्स एक ही चीज़ है। अगर तुसी PSSB के पुराने एग्जाम्स चक के देखो या किसी भी एग्जाम के, फॉर एग्जाम्पल तुसी PCS की तैयारी कर रहे हो तो तुसी PCS के पुराने 5-6 सालों के पेपर जिहड़े वो चक के देखो, तो उन्होंने विच देखो कि रिपीटेड थीम्स किहड़े आ। थीम्स इन द सेंस कि रिवर्स, जिवें फॉर एग्जाम्पल एक पेपर के क्वेश्चन आया होया कि गंगा की ट्रिब्यूटरी किहड़ी है, दूजे दे विच की आया होया कि कृष्णा के उत्ते डैम किहड़ा बनया होया, या कावेरी डिस्प्यूट है जिहड़ा वो कित्थे चल रहा है, किहड़ी स्टेट दे नाल चल रहा है। तो यदा एक बेसिक मैक्रो टॉपिक किहड़ा हो गया या मैक्रो थीम किहड़ा हो गया, रिवर्स, है ना, या ड्रेनेज सिस्टम ऑफ इंडिया। तो आपां उत्थे की करना है, उत्थे आपां एक लिस्ट तैयार कर लेनी है मैक्रो टॉपिक्स की। मैक्रो टॉपिक्स
ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਹਰ ਪੇਪਰ ਦੇ ਵਿੱਚ ਜਾਂ ਹਰ ਸਾਲ ਜਾਂ ਲਗਭਗ ਮਤਲਬ ਕਿ ਮਤਲਬ ਕਿ ਜੋ ਜ਼ਿਆਦਾ ਫ੍ਰੀਕੁਐਂਟਲੀ ਪੁੱਛੇ ਜਾ ਰਹੇ ਆ ਕੁਐਸਚਨਸ, ਹੈ ਨਾ। ਜਿੱਦਾਂ ਮੈਂ ਰੀਵਰ ਦੀ ਐਗਜ਼ਾਮਪਲ ਦਿੱਤੀ, ਉੱਦਾਂ ਹੀ ਹੋਰ ਐਗਜ਼ਾਮਪਲਸ ਜਿੱਦਾਂ ਤੁਹਾਨੂੰ ਲੱਗਦਾ ਕਿ ਅਟਾਰਨੀ ਜਨਰਲ ਦੇ ਵਿੱਚੋਂ ਹਰ ਸਾਲ ਕੁਐਸਚਨ ਆ ਰਿਹਾ ਹੈ, ਹਰ ਪੇਪਰ ਦੇ ਵਿੱਚ ਕੁਐਸਚਨ ਆ ਰਿਹਾ ਹੈ, ਜਾਂ ਪ੍ਰੈਜ਼ੀਡੈਂਟ ਦੇ ਕੁਐਸਚਨ ਪ੍ਰੈਜ਼ੀਡੈਂਟ ਦੇ ਟੌਪਿਕ 'ਚੋਂ ਆ ਰਿਹਾ, ਜਾਂ ਫੰਡਾਮੈਂਟਲ ਰਾਈਟਸ 'ਚੋਂ ਕੁਐਸਚਨ ਆ ਰਿਹਾ ਹੈ ਨਾ। ਤਾਂ ਉਹ ਚੀਜ਼ ਹੈ ਜਿਹੜੀ ਉਹ ਆਪਾਂ ਇੱਥੇ ਨੋਟ ਡਾਊਨ ਕਰ ਲੈਣੇ, ਮੈਕਰੋ ਟੌਪਿਕਸ ਆਪਾਂ ਲਿਖ ਲੈਣੇ ਆ। ਇੱਦਾਂ ਹੀ ਸੇਮ ਕੁਆਂਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਾਨੂੰ ਕੀ ਕਹਿੰਦੇ ਆ ਰਿਵਰਸ ਐਂਡ ਸਟਰੀਮਸ ਐਂਡ ਬੋਟਸ ਵਾਲੇ ਟੌਪਿਕ 'ਚ ਕੁਐਸਚਨਸ ਆ ਰਹੇ ਆ, ਜਾਂ ਸਪੀਡ ਡਿਸਟੈਂਸ ਵਾਲੇ ਕੁਐਸਚਨ ਜਿਹੜੇ ਉਹ ਜ਼ਿਆਦਾ ਆ ਰਹੇ ਆ, ਹਰ ਪੇਪਰ ਦੇ ਵਿੱਚ ਪੁੱਛੇ ਜਾ ਰਹੇ ਆ। ਤਾਂ ਉਹਨਾਂ ਨੂੰ ਇੱਕ ਜਗ੍ਹਾ ਨੋਟ ਡਾਊਨ ਕਰ ਲਓ ਟੌਪਿਕ ਵਾਈਜ਼ ਕਿ ਜੀਐਸ ਦੇ ਵਿੱਚ ਪੋਲਿਟੀ ਦੇ ਇਹ ਥੀਮਸ ਨੇ, ਹਿਸਟਰੀ ਦੇ ਇਹ ਵਾਲੇ ਥੀਮਸ ਨੇ, ਕੁਆਂਟ ਦੇ ਇਹ ਵਾਲੇ ਥੀਮਸ ਨੇ, ਗ੍ਰਾਮਰ ਦੇ ਇਹ ਵਾਲੇ ਥੀਮਸ ਨੇ, ਹੈ ਨਾ। ਤਾਂ ਉਹ ਚੀਜ਼ ਦੇ ਨਾਲ ਕੀ ਹੋਏਗਾ, ਤੁਹਾਡੇ ਕੋਲ ਇੱਕ ਲਿਸਟ ਬਣ ਜਾਏਗੀ, ਤੇ ਉਹ ਲਿਸਟ ਹੈ ਜਿਹੜੀ ਉਹ ਤੁਹਾਡਾ ਐਗਜ਼ਾਮ ਕਰੈਕ ਕਰਨ ਦੇ ਵਿੱਚ ਮਦਦ ਹੁਣ ਕਿਵੇਂ ਕਰੇਗੀ। ਐਟਲੀਸਟ ਦੇਖੋ, ਹਰ ਪੇਪਰ ਦੇ ਵਿੱਚ ਅਗਰ ਆਪਾਂ ਪੰਜਾਬ ਗੌਰਮੈਂਟ ਦੇ ਐਗਜ਼ਾਮਸ ਦੀ ਗੱਲ ਕਰੀਏ ਜਾਂ PSSB ਦੀ ਗੱਲ ਕਰੀਏ, ਤਾਂ ਹਰ ਪੇਪਰ ਦੇ ਵਿੱਚ 30 ਤੋਂ 40% ਜਿਹੜੇ ਕੁਐਸਚਨਸ ਆ ਉਹ ਰਿਪੀਟਡ ਹੁੰਦੇ ਆ, ਜਾਂ ਥੀਮਸ ਜਿਹੜੇ ਆ ਮਿਨੀਮਮ ਐਨੇ ਜਿਹੜੇ ਕੁਐਸਚਨਸ ਨੇ 30 ਤੋਂ 40% ਉਹ ਰਿਪੀਟਡ ਥੀਮਸ ਹੁੰਦੇ ਆ। ਪਰ ਜੇ ਆਪਾਂ ਇਹੀ ਐਨਾਲਿਸਿਸ ਬਹੁਤ ਚੰਗੀ ਤਰ੍ਹਾਂ ਕਰ ਲਈਏ, ਤਾਂ ਇਸ ਐਨਾਲਿਸਿਸ ਦੇ ਨਾਲ ਸਾਡਾ ਕੀ ਫਾਇਦਾ ਹੋਏਗਾ ਕਿ 30-40% ਪੇਪਰ ਹੈ ਜਿਹੜਾ ਉਹ ਸਾਡਾ ਪਹਿਲਾਂ ਹੀ ਤਿਆਰ ਹੋ ਜਾਏਗਾ, ਵਿਦਾਊਟ ਐਨੀ ਕੋਚਿੰਗ, ਵਿਦਾਊਟ ਐਨੀ ਮਤਲਬ ਕਿ ਚੰਗੀ ਤਰ੍ਹਾਂ ਤਿਆਰੀ ਕੀਤੇ ਬਿਨਾ, ਠੀਕ ਹੈ ਨਾ। ਤੇ ਇਹ ਚੀਜ਼ ਹੈ ਜਿਹੜੀ ਹੁਣ ਇੱਥੇ ਇਹ ਦੋ ਚੀਜ਼ਾਂ ਜਿਹੜੀਆਂ ਤੁਸੀਂ ਫੋਲੋ ਕਰਕੇ ਕੀ ਕਰ ਸਕਦੇ ਹੋ, ਹੁਣ ਇਹਨਾਂ ਦੇ ਨਾਲ ਤੁਹਾਡਾ 30 ਤੋਂ 40% ਸਿਲੇਬਸ ਹੈ ਜਿਹੜਾ ਉਹ ਵੈਸੇ ਹੀ ਕਵਰ ਹੋ ਜਾਏਗਾ। ਉਸ ਤੋਂ ਬਾਅਦ ਤੁਹਾਨੂੰ ਤਿਆਰੀ ਦੀ ਲੋੜ ਹੈ 60% ਹੋਰ, ਹੈ ਨਾ। ਕੱਟ ਆਫ ਜਾਂਦੀ ਹੈ, ਮੰਨ ਲਓ PSSB ਜਿਵੇਂ ਹੁਣ ਰੀਸੈਂਟ ਆਪਾਂ ਕੱਟ ਆਫਸ ਦੇਖੀਏ ਤਾਂ 90+ ਜਾ ਰਹੀਆਂ ਨੇ, ਮਤਲਬ ਕਿ 90-95% ਕੱਟ ਆਫਸ ਜਾ ਰਹੀਆਂ ਹੈ। ਤੇ ਆਪਾਂ ਨੂੰ ਹੁਣ 30-40% ਜੇ ਹੋ ਗਿਆ ਤਾਂ ਆਪਾਂ ਨੂੰ ਤਿਆਰੀ ਦੀ ਹੋਰ ਲੋੜ ਕਿੰਨੀ ਹੈ, 50%, 50-55% ਦੀ ਤਿਆਰੀ ਦੀ ਹੋਰ ਲੋੜ ਹੈ, ਠੀਕ ਹੈ ਜੀ। ਤਾਂ ਇਸ ਤਰੀਕੇ ਦੇ ਨਾਲ ਆਪਾਂ ਇੱਕ ਸਮਾਰਟ ਵਰਕ ਦੇ ਨਾਲ ਆਪਾਂ ਆਪਣੇ ਐਗਜ਼ਾਮ ਦੀ ਜਿਹੜੀ ਪ੍ਰੈਪਰੇਸ਼ਨ ਆ ਉਹ ਸਟਾਰਟ ਕਰ ਸਕਦੇ ਹਾਂ। ਜੇ ਤੁਸੀਂ ਨਵੇਂ ਮਤਲਬ ਕਿ ਤਿਆਰੀ ਤਿਆਰੀ ਕਰਨ ਲੱਗੇ ਹੋ, ਜਾਂ ਪੁਰਾਣੇ ਤੁਸੀਂ ਤਿਆਰੀ ਕਰ ਰਹੇ ਹੋ, ਪਹਿਲਾਂ ਦੇ ਤੁਸੀਂ ਤਿਆਰੀ ਕਰ ਰਹੇ ਹੋ, ਤਾਂ ਵੀ ਤੁਸੀਂ ਇਸ ਚੀਜ਼ ਨੂੰ ਫੋਲੋ ਕਰ ਸਕਦੇ ਹੋ। ਬਟ ਜਿਹੜੇ ਨਵੇਂ ਹੁਣੀ ਤਿਆਰੀ ਕਰਨੀ ਸ਼ੁਰੂ ਕੀਤੀ ਹੈ ਜਿਨ੍ਹਾਂ ਨੇ, ਉਹਨਾਂ ਲਈ ਹੀ ਇਹ ਜਿਹੜੀ ਸਟ੍ਰੈਟੇਜੀ ਹੈ, ਇਹ ਜਿਹੜੀ ਵੀਡੀਓ ਹੈ ਉਹ ਬਹੁਤ ਲਾਭਕਾਰੀ ਹੋਏਗੀ, ਠੀਕ ਹੈ। ਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਤਲਬ ਸੰਘਰਸ਼ ਵੀ ਕਰ ਲਿਆ ਤੇ ਬਹੁਤ ਸਾਰੇ ਅਟੈਂਪਟਸ ਵੀ ਹੋ ਗਏ, ਐਗਜ਼ਾਮਸ ਵੀ ਕਈ ਦੇ ਲਏ, ਬਟ ਹਾਲੇ ਤੱਕ ਉਹਨਾਂ ਦਾ ਕੋਈ ਐਗਜ਼ਾਮ ਕਰੈਕ ਨਹੀਂ ਹੋਇਆ, ਤੇ ਉਹ ਪਲੀਜ਼ ਇੱਕ ਵਾਰੀ ਇਸ ਸਟ੍ਰੈਟੇਜੀ ਨੂੰ ਅਪਣਾ ਕੇ ਦੇਖੋ, ਤੇ ਉਸ ਤੋਂ ਬਾਅਦ ਆਪਣੀ ਤਿਆਰੀ ਦੇ ਵਿੱਚ ਫਰਕ ਦੇਖੋ, ਠੀਕ ਹੈ। ਤੇ ਇਸ ਤੋਂ ਬਾਅਦ ਦੇਖੋ ਥਰਡ ਸਟੈਪ ਕੀ ਹੈ, ਹੁਣ ਪ੍ਰੀਵੀਅਸ ਈਅਰ ਕੁਐਸਚਨਸ ਦਾ ਐਨਾਲਿਸਿਸ ਕਰ ਲਿਆ। ਇਹ ਦੋਨਾਂ ਦਾ ਐਨਾਲਿਸਿਸ ਕਰਨ ਤੋਂ ਬਾਅਦ ਥਰਡ ਸਟੈਪ ਕੀ ਹੈ, ਸਟੱਡੀ ਜਾਂ ਕੋਚਿੰਗ ਜੋ ਵੀ। ਦੇਖੋ ਜਿਹੜੀ ਚੀਜ਼ ਅੱਜ ਮੈਂ ਤੁਹਾਨੂੰ ਦੱਸ ਰਿਹਾ ਇਹ ਕਿਸੇ ਵੀ ਕੋਚਿੰਗ ਇੰਸਟੀਚਿਊਟ ਦੇ ਵਿੱਚ ਨਹੀਂ ਦੱਸੀ ਜਾਂਦੀ, ਠੀਕ ਹੈ। ਤੇ ਇਸ ਚੀਜ਼ ਦੇ ਨਾਲ ਅਗਰ ਤੁਸੀਂ ਕਿਤੇ ਕੋਚਿੰਗ ਲੈ ਰਹੇ ਹੋ, ਜਾਂ ਤੁਸੀਂ ਕੋਚਿੰਗ ਸਟਾਰਟ ਕਰਨੀ ਹੈ, ਜਾਂ ਤੁਸੀਂ ਖੁਦ ਵੀ ਪੜ੍ਹਨਾ ਹੈ, ਇਸ ਚੀਜ਼ ਦੇ ਨਾਲ ਕੀ ਹੋਊਗਾ, ਤੁਹਾਨੂੰ ਅਵੇਅਰਨੈਸ ਜਿਹੜੀ ਉਹ ਤੁਹਾਡੇ ਅੰਦਰ ਪੈਦਾ ਹੋਏਗੀ। ਕਿਵੇਂ? ਅਗਰ ਤੁਹਾਨੂੰ ਪ੍ਰੀਵੀਅਸ ਈਅਰ ਦਾ ਐਨਾਲਿਸਿਸ ਤੁਸੀਂ ਕੀਤਾ ਹੋਇਆ ਤਾਂ ਤੁਸੀਂ ਅਵੇਅਰ ਹੋਵੋਗੇ ਕਿਸ ਚੀਜ਼ ਨੂੰ ਲੈ ਕੇ ਕਿ ਪੇਪਰ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ, ਸਾਡੇ ਸਿਲੇਬਸ ਦੇ ਵਿੱਚ ਕਿਹੜੇ ਟੌਪਿਕਸ ਮੈਂਸ਼ਨ ਨੇ, ਕਿਹੜੇ ਨਹੀਂ ਹੈਗੇ, ਠੀਕ ਹੈ। ਦੇਖੋ ਅਗਰ ਮੈਂ ਤੁਹਾਡਾ ਟੀਚਰ ਹਾਂ, ਜਾਂ ਤੁਸੀਂ ਐਦਾਂ ਹੀ ਮੇਰੇ ਤੇ ਬਲਾਈਂਡਲੀ ਟਰਸਟ ਕਰਦੇ ਹੋ, ਹੈ ਨਾ, ਤੇ ਮੈਂ ਤੁਹਾਨੂੰ ਆ ਕੇ ਕੁਝ ਵੀ ਪੜ੍ਹਾ ਜਾਵਾਂ, ਬਟ ਉਹ ਤੁਹਾਡੇ ਪੇਪਰ ਦੇ ਲਈ ਕੰਮ ਨਾ ਆਵੇ, ਜਾਂ ਤੁਹਾਡਾ ਪੇਪਰ ਜਿਹੜਾ ਉਹ ਕਰੈਕ ਨਾ ਹੋਵੇ, ਠੀਕ ਹੈ, ਤੁਹਾਡੇ ਤਾਂ ਕੈਰੀਅਰ ਦਾ ਸਵਾਲ ਹੈ। ਤਾਂ ਮੈਂ ਉਸ ਚੀਜ਼ ਦੇ ਨਾਲ ਨਹੀਂ ਖੇਲ ਸਕਦਾ, ਤੇ ਨਾ ਹੀ ਖੇਲਣਾ ਚਾਹੀਦਾ। ਤਾਂ ਕਰਕੇ ਇਹ ਜਿਹੜੀ ਅਵੇਅਰਨੈਸ ਹੈ ਉਹ ਮੈਂ ਫੈਲਾ ਰਿਹਾ, ਤਾਂ ਕਿ ਤੁਸੀਂ ਅਵੇਅਰ ਹੋਵੋ, ਤੇ ਕਿਤੋਂ ਵੀ ਤੁਸੀਂ ਪੜ੍ਹ ਰਹੇ ਹੋ, ਜਾਂ ਕੋਈ ਵੀ ਵੀਡੀਓ ਤੋਂ ਪੜ੍ਹ ਰਹੇ ਹੋ, ਜਾਂ ਕਿਸੇ ਵੀ ਕੋਚਿੰਗ ਇੰਸਟੀਚਿਊਟ ਤੋਂ ਪੜ੍ਹ ਰਹੇ ਹੋ, ਜਾਂ ਸਾਡੇ ਤੋਂ ਪੜ੍ਹ ਰਹੇ ਹੋ, ਤਾਂ ਕਿ ਤੁਸੀਂ ਸਵਾਲ ਪੁੱਛ ਸਕੋ ਕਿ ਸਰ ਇਹ ਕੁਐਸਚਨ ਹੈ ਜਿਹੜਾ ਉਹ ਇਸ ਟੌਪਿਕ ਦਾ ਹੈ, ਤੇ ਇਹ ਪੇਪਰ ਦੇ ਵਿੱਚ ਆਇਆ ਹੋਇਆ, ਤੇ ਤੁਸੀਂ ਸਾਨੂੰ ਇਹ ਟੌਪਿਕ ਨਹੀਂ ਕਰਵਾਇਆ, ਜਾਂ ਤੁਸੀਂ ਇਹ ਟੌਪਿਕ ਫਾਲਤੂ ਕਰਵਾ ਰਹੇ ਹੋ, ਇਹ ਕਦੇ ਵੀ ਨਹੀਂ ਪੁੱਛਿਆ ਗਿਆ, ਤੇ ਸਿਲੇਬਸ ਦੇ ਵਿੱਚ ਵੀ ਮੈਂਸ਼ਨ ਨਹੀਂ ਹੈ। ਤਾਂ ਇਹ ਜਿਹੜੀ ਅਵੇਅਰਨੈਸ ਹੈ ਤੁਹਾਡੇ ਹੀ ਕੰਮ ਆਏਗੀ,
ਤੇ ਇਹ ਜਿਹੜਾ ਐਨਾਲਿਸਿਸ ਹੈ ਜ਼ਰੂਰ ਕਰਿਓ। थर्ड स्टैप है कोचिंग या स्टडी, सेल्फ स्टडी कुछ भी है ना। फोर्थ स्टेप प्रैक्टिस एंड रिवीजन। फिफ्थ स्टेप प्रैक्टिस एंड रिवीजन मतलब मॉक्स या क्वेश्चन प्रैक्टिस ते बार बार रिवीजन। 6 ਤੋਂ 7 ਵਾਰ रिवीजन जे तुसी कर लो किसी भी चीज़ की तो वो थोनों पक्की हो जाती है। नैक्सट क्रैक द एग्जाम। लास्ट स्टैप की है क्रैक द एग्जाम। तो ये जोड़ा साइकिल है ना, ये मोह माया जी कोचिंग की मोह माया इतों निकल के अपना एग्जाम क्रैक करो तो नौकरी ज्वाइन करो। आई होप ये वीडियो थोड़े लिए बहुत ज़्यादा लाभकारी सिद्ध होएगी। अगर किसी भी प्रकार का थोनों कोई डाउट है तो तुसी कमेंट बॉक्स के साडे नाल शेयर कर सकते हो तो मैं जल्दी तो जल्दी थोड़ा रिप्लाई देने की कोशिश करांगा। अज की वीडियो विच यही सी, ठीक है जी। तो इस दे नाल बाकी होर जानकारियां लैण लई ते अपडेट रहण लई ज्वाइन करो साडा व्हाट्सएप ग्रुप। थैंक यू सो मच।